रूपी रात मुक जानी है, दिन चढ़ जाना जदों मौत आउणी है। पर तू समझ संभल, पर ये भुला होया जीव ना संभलदा ही आ ते ना समझदा ही आ। कदों संभलदा कदों समझदा जदों धर्म राजे दे दूत लैण वास्ते आउंदे आ। पर गुरमुख जनां ने अमृत वेले दा लाहा प्राप्त कीता। अज दे दिन सिख कौम दे उपर 3 घल्लूघारे होए आ। एक छोटा घल्लूघारा, एक वड्डा घल्लूघारा ते एक 6 जून 1984 जून दा घल्लूघारा। पर बादल दल ते सेंटर सरकार 2 घल्लूघारे कहंदी है, क्योंकि वो जिहड़े पहले है वो मुगल सरकारां वल्लों कीते है। ये वर्तमान समय की भारत सरकार वल्लों कीता गया है। इस करके इनू एक घल्लूघारा नहीं कहंदे। पर सिख जगत के अंदर तीजा घल्लूघारा 6 जून 1984 नूं इंदिरा गांधी दी सरकार वल्लों कीता गया। उन्हां दे विचों अज छोटा घल्लूघारा सिख कौम दे उपर वापरिया। पर हमेशा सिख जदों तो 6वें पातशाह श्री गुरु हरगोबिंद साहब जी महाराज सच्चे पातशाह जी ने धर्म की जंग की आरंभता की, अजे तक सिख वो जंग जारी है, ये जारी रहनी है। पहला विचारां दी जंग सी, विचारां दी लड़ाई गुरु नानक देव सच्चे पातशाह जी ने सारी धरती ते लड़ी। पर विचारां दी जंग विच भी गुरमुखो गुरु नानक देव सच्चे पातशाह किसी भी शक्ति तो हारे नहीं। 5 स्वरूपां तक विचारां दी जंग लड़ी। पर जदों विचार तो अगे गल लंघ जावे उदों फिर तलवार दी जंग हुंदी है। विचार दी जंग विच भी गुरु नानक देव सच्चे पातशाह किसी तो हारे नहीं। इस तरह जदों तलवार दे नाल जंग कीती, 6वें पातशाह ने 4 जंगां कीतियां। 4 जंगां दे अंदर शाहजहान बादशाह दी हार होई, गुरु नानक देव सच्चे पातशाह दे घर दी जित होई। पावन गुरबाणी दे बचन हन, कोड़ नखुटा नानका ओढ़क सच रही। कई बार मंदा दूजी ताकत नूं मार करके ते जित दे जशन मनाउंदा है। ये जित नहीं हुंदी। संत ज्ञानी जरनैल सिंह जी महापुरखां दे रसना दे बचन हन, शरीरक मौत नूं असीं मौत नहीं मनदे, क्योंकि सारियां ने मरना है। जो उपजो सो बिनस है, परु आज के काल नानक हर गुण गाए ले, छाड़ सगर जंजाल। हर एक जीव ने मरना, किसी नूं मार करके आपां जित दा झंडा चढ़ाउण दा यतन करदे हां, पर वो जित नहीं हुंदी। जमीर दा मर जाना यकीनन मौत हुंदी है। अंग्रेजां ने सिख राज डोगरियां दी गदारी करके अपने कब्जे विच लिया। पर अज तक अंग्रेज
ਇਹ ਦਾਵਾ ਨਹੀਂ ਕਰ ਸਕਿਆ ਕਿ ਅਸੀਂ ਸਿੱਖ ਸਰਦਾਰਾਂ ਨੂੰ, ਖਾਲਸਾ ਪੰਥ ਨੂੰ ਜਿੱਤਿਆ। ਕਹਿੰਦੇ ਨਹੀਂ, ਅਸੀਂ ਧੋਖੇ ਨਾਲ ਉਹਨਾਂ ਦਾ ਰਾਜ ਲਿਆ। ਧੋਖਾ ਕਿਹਨਾਂ ਨੇ ਕੀਤਾ? ਜਿਹੜੇ ਡੋਗਰੇ ਸਿੱਖ ਰਾਜ ਦੇ ਅਹੁਦੇਦਾਰ ਸਨ, ਉਹਨਾਂ ਨੇ ਧੋਖਾ ਕੀਤਾ। ਜਿਸ ਤਰ੍ਹਾਂ ਵਰਤਮਾਨ ਸਮੇਂ ਦੇ ਅੰਦਰ ਡੋਗਰੇ ਆ, ਟੌੜਾ ਡੋਗਰਾ ਸੀ, ਤਲਵੰਡੀ ਡੋਗਰਾ ਸੀ, ਰਾਮੂਵਾਲੀਆ ਡੋਗਰਾ ਸੀ, ਇਸੇ ਤਰ੍ਹਾਂ ਲੌਂਗੋਵਾਲ ਵੀ ਡੋਗਰਾ ਸੀ, ਬਾਦਲ ਪਰਿਵਾਰ ਵੀ ਡੋਗਰੇ ਸਨ। ਇਹਨਾਂ ਡੋਗਰਿਆਂ ਦੀ ਗਦਾਰੀ ਕਰਕੇ 6 ਜੂਨ ਦਾ ਘੱਲੂਘਾਰਾ ਵਾਪਰਿਆ। ਗੁਰਮੁਖੋ ਅੱਜ ਦੇ ਦਿਨ ਛੋਟਾ ਘੱਲੂਘਾਰਾ ਵਾਪਰਿਆ। ਅਣਗਿਣਤ ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਦਾ ਕਤਲ ਹੋਇਆ। ਪਰ ਧੰਨ ਸਨ ਉਹ ਗੁਰਮੁਖ ਪਿਆਰੇ, ਆਪਾਂ ਤੇ ਉਹਨਾਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਜੋਗੇ ਵੀ ਨਹੀਂ ਰਹੇ। ਉਹ ਧੰਨ ਸਨ। ਰਹਿਣਾ ਵੀ ਜੰਗਲਾਂ ਵਿੱਚ, ਮੁਸ਼ਕਲਾਂ ਮੁਸੀਬਤਾਂ ਦਾ 24 ਘੰਟੇ ਸਾਹਮਣਾ ਕਰਨਾ, ਭੁੱਖੇ ਵੀ ਰਹਿਣਾ, ਪਿਆਸੇ ਵੀ ਰਹਿਣਾ, ਜੰਗਲਾਂ ਵਿੱਚ ਰਹਿਣਾ। ਸੌਣ ਵਾਸਤੇ ਗੁਰਮੁਖੋ, ਆਰਾਮ ਕਰਨ ਵਾਸਤੇ ਕੋਈ ਮੰਜਾ ਨਹੀਂ। ਫਿਰ ਆਰਾਮ ਕਰਨ ਵਾਸਤੇ, ਬੈਠਣ ਵਾਸਤੇ ਕੋਈ ਸੁੰਦਰ ਵਿਛਾਈ ਵੀ ਨਹੀਂ, ਕੋਈ ਘਰ ਵੀ ਨਹੀਂ। ਆਪਾਂ ਤੇ ਗੁਰਮੁਖੋ ਘਰਾਂ ਵਿੱਚ ਰਹਿ ਕਰਕੇ ਵੀ ਗੁਰੂ ਦੇ ਸਿੱਖ ਨਹੀਂ ਬਣ ਸਕਦੇ। ਉਹ ਧੰਨ ਸਨ। ਰਹਿਣਾ ਵੀ ਜੰਗਲਾਂ ਵਿੱਚ, ਮੀਂਹ ਹਨੇਰੀ ਆਪਣੇ ਤਨ ਦੇ ਉੱਪਰ ਸਹਾਰਨੀ ਆ, ਪਰ ਬਾਣੀ ਵੀ ਪੜ੍ਹਨੀ, ਰਹਿਤ ਵੀ ਰੱਖਣੀ, ਨਾਲ ਈਨ ਵੀ ਨਹੀਂ ਮੰਨਣੀ, ਤੇ ਸਮਾਂ ਪੈਣ ਤੇ ਗੁਰਮੁਖੋ ਜੰਗ ਵੀ ਕਰਨਾ। ਉਹ ਸਾਰੇ ਕੰਮ ਕਰਦੇ ਸਨ। ਕਿਉਂ ਕਰਦੇ ਸਨ? ਉਹ ਅੰਦਰੋਂ ਗੁਰਮੁਖੋ ਪੱਕੇ ਸਨ, ਪੱਕੀ ਬਾਣੀ ਪੜ੍ਹਦੇ ਸਨ, ਪੱਕੀ ਬਾਣੀ ਸੁਣਦੇ ਸਨ। ਉਹ ਅੰਦਰੋਂ ਤੇ ਗੁਰਮੁਖੋਂ ਬਾਹਰੋਂ ਪੱਕੇ ਸਨ। ਪਰ ਅੱਜ ਦਾ ਵਰਤਮਾਨ ਦਾ ਸਿੱਖ ਅੰਦਰੋਂ ਵੀ ਕੱਚਾ, ਬਾਹਰੋਂ ਵੀ ਕੱਚਾ। ਕਿਉਂ ਕੱਚਾ? ਅੱਜ ਬਹੁਤਾਤ ਗਿਣਤੀ ਵਿੱਚ, ਸਾਰੇ ਤਾਂ ਨਹੀਂ, ਬਹੁਤਾਤ ਗਿਣਤੀ ਵਿੱਚ ਲੋਕ ਕੱਚੀ ਬਾਣੀ ਪੜ੍ਹਦੇ ਆ, ਕੱਚੀ ਬਾਣੀ ਸੁਣਦੇ ਆ ਮੋਬਾਈਲ ਫੋਨਾਂ ਦੇ ਵਿੱਚ ਜਿਹੜੀਆਂ ਰਿੰਗ ਟੋਨਾਂ, ਇਹ ਵੀ ਬਾਬਿਆਂ ਦੀਆਂ ਚਿਮਟਿਆਂ ਵਾਲਿਆਂ ਦੀ ਧਾਰਨਾ ਲੱਗੀਆਂ। ਕਲਗੀਧਰ ਪਾਤਸ਼ਾਹ ਨੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਨੂੰ ਵਿਚਾਰਨਾ ਤੇ ਗੁਰਬਾਣੀ 'ਤੇ ਅਮਲ ਕਰਨਾ। ਇੱਥੇ ਵੱਡੇ ਵੱਡੇ ਦੀਵਾਨ ਲੱਗਦੇ ਆ ਤੇ ਗੁਰਮੁਖੋ ਕੱਚੀ ਬਾਣੀ ਪੜ੍ਹੀ ਜਾਂਦੀ ਹੈ, ਕੱਚੀ ਬਾਣੀ ਸੁਣੀ ਜਾਂਦੀ ਆ। ਕਹਿ ਦਿੰਦੇ ਮੁੜ ਕੇ ਸਮਾਪਤੀ ਤੇ ਅਰਦਾਸ ਕਿ ਕੀਰਤਨ ਦਰਬਾਰ ਹੋਇਆ। ਇਹ ਗੁਰਮੁਖੋ ਕੀਰਤਨ ਦਰਬਾਰ ਨਹੀਂ, ਇਹ ਇੱਕ ਮਨ ਪਰਚਾਵੇ ਦਾ ਸਾਧਨ ਹੈ। ਕੀਰਤਨ ਹੁੰਦਾ ਭਾਈ ਗੁਰਦਾਸ ਦੀ ਰਚਨਾ ਪੜ੍ਹੀ ਜਾਵੇ, ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹੀ ਜਾਵੇ, ਸ਼੍ਰੀ ਦਸ਼ਮ ਗ੍ਰੰਥ ਦੀ ਬਾਣੀ ਪੜ੍ਹੀ ਜਾਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦਾ ਕੀਰਤਨ ਹੋਵੇ। ਉਹ ਕੀਰਤਨ ਹੁੰਦਾ ਹੈ। ਇਹ ਕੱਚੀ ਬਾਣੀ ਪੜ੍ਹਨੀ, ਨਾ ਇਤਿਹਾਸ, ਨਾ ਮੁੱਢ, ਨਾ ਅੰਤ, ਪਤਾ ਨਹੀਂ ਕਿੱਥੋਂ ਸ਼ੁਰੂ ਕੀਤੀ ਤੇ ਕਿੱਥੇ ਸਮਾਪਤੀ ਕਰਤੀ। ਤੇ ਕੀ ਹੋਇਆ? ਇਹ ਕੀਰਤਨ ਦਰਬਾਰ ਆ। ਗੁਰਮੁਖੋ ਕੱਚੀ ਬਾਣੀ ਪੜ੍ਹੀ, ਕੱਚੀ ਸੁਣੀ ਤੇ ਕੱਚੀ ਬਾਣੀ ਤੇ ਅਮਲ ਕੀਤਾ ਤੇ ਅਸੀਂ ਅੰਦਰੋਂ ਤੇ ਬਾਹਰੋਂ ਗੁਰਮੁਖੋ ਕੱਚੇ ਹੋ ਗਏ। ਉਹ ਗੁਰਸਿੱਖ ਗੁਰਮੁਖ ਪਿਆਰੇ ਪੱਕੀ ਬਾਣੀ ਪੜ੍ਹਦੇ ਸਨ, ਅੰਦਰੋਂ ਤੇ ਬਾਹਰੋਂ ਪੱਕੇ ਸਨ, ਡੋਲਦੇ ਨਹੀਂ ਸਨ। ਉਹਨਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਉਹਨਾਂ ਦਾ ਬੰਦ ਵੀ ਕੱਟਿਆ ਗਿਆ, ਉਹਨਾਂ ਦੇ ਸਿਰ ਦੇ ਖੋਪਰੇ ਵੀ ਲੈ ਗਏ, ਚਰਖੜੀਆਂ ਤੇ ਚਾੜੇ ਗਏ, ਉਹਨਾਂ ਦੀਆਂ ਪੁੱਠੀਆਂ ਖੱਲਾਂ ਲਾ ਦਿੱਤੀਆਂ, ਬੰਦ ਵੀ ਕੱਟੇ ਗਏ। ਪਰ ਗੁਰਮੁਖੋ ਆਪਣੇ ਸਿੱਖੀ ਸਿਦਕ ਤੋਂ ਡੋਲੇ ਨਹੀਂ। ਕਿਉਂ ਨਹੀਂ ਡੋਲੇ? ਉਹਨਾਂ ਦਾ
विश्वास निश्चा पक्की बाणी पढ़ करके सच्ची अलाही नरूल अकाली बाणी नूं पढ़ करके वो अकाल दे पहाड़े विच रहिंदे सन। भुखे भी रहना, प्यासे भी रहना, जंगलों च रहना, हर एक आई मुश्किल दा सामना करना उन्हां दे हिस्से विच आया। पर वो कदे ईन नहीं सी मने, भावें कि घल्लूघारे वापरिया पर ईन नहीं मनी। अज दे दिन छोटा घल्लूघारा वापरिया, मैं अपने वल्लों समुचे जिन्ने भी छोटे घल्लूघारे दे शहीद सारिआं नूं अपने वल्लों कोट 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 प्रणाम करदा ते सतगुरु साहब जी कृपा करन सानू भी इन्हां शहीदां दे दसे होए मार्ग ते चलण दी मत बाड़ ते बुद्ध बख्शिश करन। आओ हुण कुछ समय वास्ते जो इस विद्यालय दे अंदर पावन गुरबाणी दी लड़ीवार कथा विचार चल रही है, उस दा समा होया। मन चित बिरती नूं एकागर करके सच्चे पातशाह जी दे चरण कमलां नाल जोड़ के सरवण करके होर भी लाहा प्राप्त करिए जी। सतनाम श्री वाहिगुरु साहिब जी। राती रुती थिती वार। धन सतगुरु श्री गुरु नानक देव साहब जी महाराज सच्चे पातशाह जी दे चरण कमलां पास सिद्ध लोकां ने बेनती कीती कि सच्चे पातशाह वेद कर्म उपासना ते ज्ञान दा कथन करदे आ। जिहड़े हिंदू मत दे 4 वेद आ वो कर्म उपासना ते ज्ञान दा कथन करदे आ। आप जी दा की मत आ जां किवें ये जिहड़ी दुनिया दे लोग आ इन्हां दी सोच जां किस मत दे ये धारनी आ। सच्चे पातशाह सिद्ध लोकां दी बेनती नूं सुन करके 34ਵੀਂ जपजी साहब की पौड़ी अंदर सच्चे पातशाह समुची लखाई नूं सांझा उपदेश दिंदे आ। देश विच धरती थाप रखी धर्मशाल, आकाश ते पताल दे विचाले धर्मशाल धरती धर्मशाला एक नाम जपण वास्ते परमेश्वर की प्राप्ति करन वास्ते धर्मशाल जिथे धर्म की गल होवे, धर्म का कर्म कीता जावे, धर्म नूं अपनाया जावे। ये सिद्ध लोको आकाश उपर है पताल थले है, इन्हां दोनों दे संध विचाले परमेश्वर ने एक धरती बनाई है। पर ये बंदगी करन वास्ते बनाई सी, नाम जपण वास्ते बनाई सी। पर इत्थे चोरां ने कब्जा कर लिया। धरती अकाल पुरख वाहिगुरू ने भजन करने वास्ते बनाई सी। पावन गुरबाणी दे बचन हन सगली धरती साध की, तस्कर बैठे आहे। पर साधु महात्मा दे भजन करने वास्ते ये अकाल पुरख वाहिगुरू ने एक जगह बनाई सी। ते तस्कर कहंदे चोर नूं, चोरां ने आ करके धरती ते कब्जा कर लिया। एक नहीं अनेकां इस धरती ते चोर आ। ते चोर कौन आ? ते तस्कर जो नाम न लेव है, वो गुरु घर दा परमेश्वर दे घर दा चोर आ। जिहड़ा गुरमुखो नाम नहीं जपदा, नाम नहीं जपदा,
ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਤੀ ਬਣਾਈ ਸੀ ਨਾਮ ਜਪਣ ਵਾਸਤੇ, ਮਨੁੱਖਾ ਸਰੀਰ ਦਿੱਤਾ ਸੀ ਨਾਮ ਜਪਣ ਵਾਸਤੇ। ਤੇ ਕਈਆਂ ਪ੍ਰੇਮੀਆਂ ਦਾ ਇਹ ਵੀ ਖਿਆਲ ਹੁੰਦਾ ਮਨ ਸਾਫ਼ ਹੋਣਾ ਚਾਹੀਦਾ, ਆ ਕਸ਼ਹਿਰਾ ਗਾਤਰਾ ਪਾਉਣ ਦੇ ਨਾਲ ਜ਼ਿਆਦਾ ਬੰਦਾ ਕੋਈ ਸਿੱਖ ਥੋੜਾ ਬਣ ਚਾਹੀਦਾ, ਜਾਂ ਕਹਿਣਗੇ ਸਾਡੇ ਅੰਦਰ ਸਿੱਖੀ ਆ। ਤੇ ਗੁਰਮੁਖੋ ਬਾਹਰਲੀ ਜਿਹੜੀ ਸਿੱਖੀ ਆ ਇਹ ਡਰਾਉਂਦੀ ਆ, ਇਹ ਕਿਉਂ ਨਹੀਂ ਧਾਰਨ ਕਰਦੇ? ਸਾਡੇ ਜੀ ਅੰਦਰ ਸਿੱਖੀ ਆ, ਬਾਹਰਲੇ ਚਿੰਨ ਜਿਹੜੇ ਇਹ ਕੌਣ ਧਾਰੂਗਾ, ਕੌਣ ਰੱਖੂਗਾ? ਸੱਚੇ ਪਾਤਸ਼ਾਹ ਨੇ ਜਨਮ ਸਾਖੀ ਦੁਆਰਾ ਕਥਨ ਕੀਤਾ, ਸਾਬਤ ਸੂਰਤ ਰੱਬ ਦੇ ਭੰਨੇ ਬੇਈਮਾਨ। ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਬਤ ਸੂਰਤ ਬਣਾਈ ਸੀ, ਪਰ ਇਹਨੂੰ ਵਿਗਾੜ ਦਿੱਤਾ, ਇਹਨੂੰ ਭੰਨ ਦਿੱਤਾ, ਇਹਦਾ ਸਤਿਆਨਾਸ਼ ਕਰ ਦਿੱਤਾ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਆਪਣੇ ਅਮਾਨਤ ਤੋਂ ਗਿਰ ਗਿਆ, ਕੇਸ ਕਟਾਤੇ, ਦਾੜੀ ਮਨਾਤੀ, ਸ਼ਰਾਬ ਪੀਣ ਲੱਗ ਪਿਆ, ਤਮਾਕੂ ਖਾਣ ਲੱਗ ਪਿਆ। ਤਮਾਕੂ ਤੇ ਸੁਪਾਰੀ ਦੇ ਸੰਬੰਧ ਵਿੱਚ ਪਾਵਨ ਗੁਰਬਾਣੀ ਦੇ ਬਚਨ ਹਨ, ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ। ਦੁਨੀਆ ਦੇ ਲੋਕੋ ਪਾਨ ਖਾਓ, ਸੁਪਾਰੀਆਂ ਖਾਓ, ਬੀੜੀਆਂ ਪੀਓ, ਪਰ ਜਮਾਂ ਦੀ ਮਾਰ ਸਹਿਣੀ ਪਵੇਗੀ, ਜਮਾਂ ਦੇ ਵਸ ਪੈਣਾ ਪਵੇਗਾ। ਮੰਡ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰੇ ਅੰਦਰ ਪਰਮੇਸ਼ਰ ਦੀ ਜੋਤ ਆ। ਪਰਮੇਸ਼ਰ ਦੀ ਜੋਤ ਤਮਾਕੂ ਪੀਣ ਵਾਸਤੇ ਨਹੀਂ, ਸ਼ਰਾਬ ਪੀਣ ਵਾਸਤੇ ਨਹੀਂ, ਪਾਨ ਤੇ ਸੁਪਾਰੀਆਂ ਖਾਣ ਵਾਸਤੇ ਨਹੀਂ। ਪਰਮੇਸ਼ਰ ਨੇ ਛਕਣ ਵਾਸਤੇ 36 ਪ੍ਰਕਾਰ ਦੇ ਪਦਾਰਥ ਦਿੱਤੇ ਆ, ਜਲ ਪਾਣੀ ਦਿੱਤਾ, ਪ੍ਰਸ਼ਾਦਾ ਦਿੱਤਾ। ਇਹ ਛਕਣ ਵਾਸਤੇ ਸਾਨੂੰ 36 ਪ੍ਰਕਾਰ ਦੇ ਪਦਾਰਥ ਦਿੱਤੇ ਆ। ਤਮਾਕੂ ਪੀਣ ਵਾਸਤੇ ਨਹੀਂ ਕਿਹਾ, ਸ਼ਰਾਬ ਪੀਣ ਵਾਸਤੇ ਨਹੀਂ ਕਿਹਾ। ਫਿਰ ਆਪਣੇ ਆਪ ਨੂੰ ਚਾਤਰ ਚਲਾਕ ਬੰਦਾ ਸਮਝਦਾ, ਪਰ ਖਾਂਦਾ ਭੈੜੀਆਂ ਚੀਜ਼ਾਂ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ, ਪੰਛੀ ਵੀ ਨਹੀਂ ਖਾਂਦੇ, ਉਹ ਚੀਜ਼ਾਂ, ਉਹ ਵਸਤੂਆਂ ਖਾਂਦਾ। ਇਹ ਕਾਹਦੇ ਵਾਸਤੇ? ਆਕਾਸ਼ ਦੇ ਥੱਲੇ, ਪਤਾਲ ਦੇ ਉੱਪਰ, ਦੋਨਾਂ ਦੇ ਵਿਚਾਲੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਮ ਦੀ ਸ਼ਾਲਾ ਬਣਾਈ ਹੈ। ਧਰਮ ਦਾ ਕਰਮ ਕਰਨ ਵਾਸਤੇ, ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਾਈ ਸੀ। ਪਰ ਅਸੀਂ ਲੋਕਾਂ ਨੇ ਇਹਨੂੰ ਧਰਮਸ਼ਾਲਾ ਨਹੀਂ ਦੇਣ ਦਿੱਤਾ, ਇਹਨੂੰ ਸ਼ਰਾਬ ਦੇ ਅੱਡੇ ਬਣਾ ਦਿੱਤਾ, ਵੇਸਵਾ ਦੇ ਖਾੜੇ ਬਣਾ ਦਿੱਤੇ। ਜਿੰਨੀ ਵੀ ਦੁਨੀਆ ਦੇ ਲੋਕਾਂ ਤੋਂ ਗੰਦਗੀ ਖਿਲਾਰੀ ਜਾਂਦੀ ਸੀ, ਵੱਧ ਤੋਂ ਵੱਧ ਗੰਦਗੀ ਖਿਲਾਰਨ ਦਾ, ਗੰਦਗੀ ਫੈਲਾਉਣ ਦਾ ਇਸ ਧਰਤੀ ਤੇ ਉੱਪਰ ਗੁਰਮੁਖੋ ਅਸੀਂ ਲੋਕਾਂ ਨੇ ਹਰ ਇੱਕ ਯਤਨ ਕੀਤਾ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸਮਝਾਉਂਦੇ ਆ ਕਿ ਇਹ ਧਰਮ ਦੀ ਸ਼ਾਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਤਾਲ ਦੇ ਉੱਪਰ, ਆਕਾਸ਼ ਦੇ ਥੱਲੇ ਬਣਾਉਣਾ ਕੀਤੀ ਹੈ। ਰਾਤੀ ਰੁੱਤੀ ਥਿਤੀ ਵਾਰ। ਫਿਰ ਧਰਤੀ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਰਾਤਾਂ ਬਣਾਈਆਂ। ਕਈ ਰਾਤ ਨੂੰ ਜਾਗ ਕਰਕੇ ਜੰਤਰਾਂ ਮੰਤਰਾਂ ਦਾ ਜਾਪ ਕਰਦੇ ਆ, ਕਈ ਰੁੱਤਾਂ ਦੇ ਅਨੁਸਾਰ ਕਿ ਆ ਐਸ਼ ਕੰਮ ਕਰਨ ਦੀ ਰੁੱਤ ਆ ਭਜਨ ਕਰਨ ਦੀ ਰੁੱਤ ਆ। ਰਾਤੀ ਰੁੱਤੀ ਥਿਤੀ ਵਾਰ। ਆ ਜਿਹੜੀ ਥਿਤ ਆ ਇਹ ਚੰਗੀ ਆ, ਆ ਥਿਤ ਮਾੜੀ ਆ ਵਾਰ ਚੰਗਾ। ਅਸੀਂ ਸਿੱਖ ਹੋ ਕਰਕੇ ਵੀ ਵਾਰਾਂ ਦੀ ਤੇ ਇਹਨਾਂ ਦੀ ਪਛਾਣ ਕਰਦੇ ਆਂ ਕਿ ਅੱਜ ਐਤਵਾਰ ਆ, ਅੱਜ ਕਿਤੇ ਜਾਣਾ ਨਹੀਂ, ਅੱਜ ਮੰਗਲਵਾਰ ਆ, ਅੱਜ ਕੇਸੀ ਇਸ਼ਨਾਨ ਨਹੀਂ ਕਰਨਾ, ਅੱਜ ਵੀਰਵਾਰ ਆ। ਕਈ ਤੇ ਇਹੋ ਜਿਹੇ ਲੋਕ ਆ ਇੱਕ ਹਫ਼ਤਾ ਪੂਰਾ ਸ਼ਰਾਬ ਪੀਣਗੇ। ਅੱਜ ਕਹਿਣਗੇ ਅੱਜ ਸਾਡੇ ਬਾਬੇ ਦਾ ਵੀਰਵਾਰ ਆ, ਅੱਜ ਅਸੀਂ ਸ਼ਰਾਬ ਨਹੀਂ ਪੀਣੀ, ਤੇ ਪੇਟੀਆਂ 'ਚ ਕੈਨ ਭਰ ਭਰ ਰੱਖੇ ਹੁੰਦੇ ਆ।
ਅੱਜ ਜੀ ਸਾਡੇ ਬਾਬੇ ਦਾ ਮੰਗਲਵਾਰ ਆ, ਅੱਜ ਅਸੀਂ ਸ਼ਰਾਬ ਨਹੀਂ ਪੀਣੀ। ਤੇ ਜਿਹੜੇ ਕੇਸ ਕੱਟਣ ਵਾਲੇ ਨਾਈਆਂ ਦੀਆਂ ਦੁਕਾਨਾਂ ਉਹ ਕਹਿਣਗੇ ਅੱਜ ਮੰਗਲਵਾਰ ਆ, ਅੱਜ ਅਸੀਂ ਕੇਸ ਨਹੀਂ ਕੱਟਣੇ। ਬਾਕੀ ਦੇ ਦਿਨ ਕੱਟੀ ਜਾਓ, ਤੁਹਾਨੂੰ ਖੋਲਿਆ, ਪਰ ਮੰਗਲਵਾਰ ਨਹੀਂ ਕੱਟਣੇ। ਮੰਗਲਵਾਰ ਕੇਸ ਕੱਢਣ ਤੇ ਗੁਰਮੁਖੋ ਪਾਬੰਦੀ ਲਾਈ ਆ ਪਰਮੇਸ਼ਰ ਨੇ। ਨਹੀਂ, ਇਹ ਜਿਹੜੀਆਂ ਰਾਤਾਂ ਬਣਾਈਆਂ, ਫਿਰ ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਵਾਰਾਂ ਬਣਾਈਆਂ, ਕਾਹਦੇ ਵਾਸਤੇ ਬਣਾਈਆਂ ਸੀ ਗੁਰਮੁਖੋ? ਇਹ ਰੁੱਤਾਂ ਅਕਾਲ ਪੁਰਖ ਵਾਹਿਗੁਰੂ ਨੇ 6 ਰੁੱਤਾਂ ਬਣਾਈਆਂ, ਤੇ ਅਸੀਂ ਲੋਕਾਂ ਨੇ ਇਹਨਾਂ ਨੂੰ ਕਰਮ ਕਾਂਡ ਵਿੱਚ ਤਬਦੀਲ ਕੀਤਾ ਕਿ ਰਾਤ ਨੂੰ ਬਾਣੀ ਪੜ੍ਹੇ ਉਹਦਾ ਜ਼ਿਆਦਾ ਮਹੱਤਮ ਆ। ਕਈ ਜਿਹੜੇ ਪ੍ਰੇਮੀ ਆ ਉਹ ਸਾਰੀ ਰਾਤ ਜਾਗਦੇ ਰਹਿੰਦੇ, ਦਿਨੋਂ ਦਿਨ ਚੜ੍ਹਦਾ ਤੇ ਫਿਰ ਸੌਂ ਜਾਂਦੇ ਆ ਕਿ ਹੁਣ ਸੌਣ ਦਾ ਸਮਾਂ ਹੈ। ਗੁਰਮੁਖੋ ਨਹੀਂ, ਜਿਹੜਾ ਗੁਰਮਤ ਦਾ ਅਸੂਲ ਆ ਉਹ ਇਹ ਹੈ ਕਿ ਸ਼ਾਮ ਦੇ ਟਾਈਮ ਜਿਹੜਾ ਪਹਿਲਾ ਪਹਿਰ ਹੁੰਦਾ ਬੰਦਗੀ ਕਰਨੀ, ਰਾਤ ਦੇ 2 ਪਹਿਰ ਆਰਾਮ ਕਰਨਾ, ਤੇ ਜਦੋਂ ਪਿਛਲਾ ਪਹਿਰ ਆ ਜਾਂਦਾ 3 ਵਜੇ ਦਾ ਸਹਿਮ ਉੱਠ ਕਰਕੇ ਤੇ ਇਸ਼ਨਾਨ ਕਰਕੇ ਬੰਦਗੀ ਕਰਨੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨਾਂ, ਪਿਛਲ ਰਾਤ ਨਾ ਜਾਗਿਓਏ ਜੀ ਵੰਦੜੋ ਮੋਇਓ ਹੈ। ਜਿਹੜਾ ਪਿਛਲੀ ਰਾਤ ਜਾਗਿਆ ਨਹੀਂ, ਉਹ ਧਰਤੀ ਤੇ ਤੁਰਿਆ ਫਿਰਦਾ ਇੱਕ ਮੁਰਦਾ, ਤੁਰਦੀ ਫਿਰਦੀ ਇੱਕ ਲਾਸ਼ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬੰਦਾ ਦੁਨੀਆ ਤੇ ਸੋਹਣਾ ਬਣਨ ਦਾ ਯਤਨ ਕਰਦਾ ਹੈ, ਜੇਕਰ ਉਹ ਸ਼ੂਦਰ ਜਾਤੀ ਨੀਵੀਂ ਜਾਤੀ ਦੇ ਵਿੱਚ ਜੰਮਿਆ ਤੇ ਘਰ ਦੇ ਵਿੱਚ ਅਮੀਰੀ ਆ, ਰੰਗ ਰੂਪ ਉਹਦਾ ਸੋਹਣਾ ਹੈ, ਗੁਰਮੁਖੋ ਆਪਣੀ ਜਾਤੀ ਲਕਾਉਣ ਦਾ ਯਤਨ ਕਰਦਾ, ਆਪਣੀ ਕੁਲ ਨੂੰ ਉੱਚੀ ਦੱਸਦਾ, ਪਰ ਗੁਰਮੁਖੋ ਮਾੜੇ ਕਰਮ ਕਰਨ ਦੇ ਨਾਲ ਮਾੜੀ ਕੁਲ, ਚੰਗੇ ਕਰਮ ਕਰਨ ਦੇ ਨਾਲ ਚੰਗੀ ਕੁਲ ਬਣਦੀ ਹੈ। ਇਹ ਕੁਲਾਂ ਦਾ ਇੱਕ ਸਾਡੇ ਅੰਦਰ ਭਰਮ, ਇੱਕ ਭੁਲੇਖਾ ਵੀ ਸਾਡੀ ਉੱਚੀ ਕੁਲ ਆ, ਫਲਾਣੇ ਦੀ ਨੀਵੀਂ ਕੁਲ ਆ। ਅਤ ਸੁੰਦਰ ਕੁਲੀਨ ਚਤਰ, ਹਰ ਇੱਕ ਬੰਦੇ ਦਾ ਇਹ ਨਜ਼ਰੀਆ ਹੁੰਦਾ ਕਿ ਮੈਂ ਚਤਰ ਚਲਾਕ ਬਣਾ, ਚਤਰ ਚਲਾਕੀ ਦੇ ਨਾਲ ਚੰਗੇ ਕਰਮ ਕਰਾਂ, ਲੋਕ ਮੈਨੂੰ ਦੁਨੀਆ ਦੇ ਚਤਰ ਸਿਆਣਾ ਕਹਿਣ, ਫਿਰ ਗਿਆਨਵਾਨ ਹੋਵਾਂ, ਮੇਰੇ ਕੋਲੇ ਅਮੀਰੀ ਵੀ ਹੋਵੇ, ਮੇਰੇ ਕੋਲੇ ਪੈਸਾ ਵੀ ਹੋਵੇ। ਇਹ ਗੁਰਮੁਖੋ ਦੁਨਿਆਵੀ ਗੁਣ ਆ। ਸੋਹਣੇ ਵੀ ਬਣ ਜਾਣਾ, ਚਤਰ ਚਲਾਕ ਵੀ ਬਣ ਜਾਣਾ, ਗਿਆਨਵਾਨ ਵੀ ਬਣ ਜਾਣਾ, ਉੱਚੀ ਕੁਲ ਦੇ ਵਿੱਚ ਵੀ ਜੰਮ ਪੈਣਾ, ਅਮੀਰ ਧਨਾੜ ਵੀ ਬਣ ਜਾਣਾ। ਤੇ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨਾਂ ਨੇ ਮਿਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਤੇਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮੀਆਂ ਪ੍ਰੀਤੀ ਨਹੀਂ, ਤੂੰ ਇੱਕ ਤੁਰਦਾ ਫਿਰਦਾ ਦੁਨੀਆ ਦੇ ਉੱਪਰ, ਧਰਤੀ ਦੇ ਉੱਪਰ ਇੱਕ ਮੁਰਦਾ ਹੈ। ਤੇ ਦੁਨੀਆ ਦੇ ਲੋਕ ਕਰਮ ਕਾਂਡ ਕਰਦੇ ਆ। ਸੱਚੇ ਪਾਤਸ਼ਾਹ ਨੇ ਇਹ ਰਾਤਾਂ ਬਣਾਈਆਂ, ਫਿਰ ਇੱਥੇ ਰੁੱਤਾਂ ਬਣਾਈਆਂ। ਗਰਮੀ ਦੀ ਰੁੱਤ ਆਉਂਦੀ ਆ, ਸਰਦੀ ਦੀ ਰੁੱਤ ਆਉਂਦੀ ਆ, ਪਤਝੜ ਰੁੱਤ ਆਉਂਦੀ ਆ, ਬਸੰਤ ਰੁੱਤ ਆਉਂਦੀ ਆ। ਅਕਾਲ ਪੁਰਖ ਵਾਹਿਗੁਰੂ ਨੇ ਥਿੱਤਾਂ ਤੇ ਵਾਰ ਬਣਾਏ ਹਨ। ਪਵਨ ਪਾਣੀ ਅਗਨੀ ਪਾਤਾਲ, ਫਿਰ ਪੌਣ ਬਣਾਈ ਆ, ਹਵਾ ਬਣਾਈ ਆ, ਪਾਣੀ ਬਣਾਇਆ, ਅਗਨੀ ਬਣਾਈ ਆ ਤੇ ਪਾਤਾਲ ਬਣਾਇਆ। ਇਹ ਧਰਤੀ ਪੈਦਾ ਕਰਕੇ ਫਿਰ 5 ਤੱਤਾਂ ਦਾ ਸੁਮੇਲ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਆ। ਪੌਣ ਹਵਾ ਬਣਾਈ ਆ, ਪਾਣੀ ਇੱਕ ਤੱਤ ਬਣਾਇਆ, ਪੌਣ ਇੱਕ ਤੱਤ ਬਣਾਇਆ, ਅਗਨੀ ਇੱਕ ਤੱਤ ਬਣਾਇਆ। ਤੇ ਕਈ ਜਿਹੜੇ ਕਰਮ ਕਾਂਡੀ ਲੋਕ ਆ, ਉਹ ਫਿਰ ਜਿਹੜੇ ਪਾਸੋਂ ਹਵਾ ਆਉਂਦੀ ਆ ਨਾ, ਉਸ ਪਾਸੇ ਨੂੰ ਮੂੰਹ ਕਰਕੇ ਪੌਣ ਆਹਾਰੀ ਬਣ ਜਾਂਦੇ ਆ। ਜਲ ਪਾਣੀ ਪ੍ਰਸ਼ਾਦਾ ਨਹੀਂ ਕਰ ਸਕਦੇ ਤੇ ਮੰਤਰਾਂ ਦਾ ਜਾਪ ਕਰਦੇ ਆ। ਸੱਚੇ ਪਾਤਸ਼ਾਹ ਨੇ ਬਣਾਏ ਤੇ ਸੀ ਇਹ ਤੱਤ, ਪਰ ਅਸੀਂ ਲੋਕਾਂ ਨੇ ਇਹਨਾਂ ਨੂੰ ਕਰਮ ਕਾਂਡਾਂ ਵਿੱਚ ਬਦਲ ਦਿੱਤਾ। ਪਾਣੀ
ਕਈਆਂ ਨੂੰ ਜਦੋਂ ਨੀਂਦ ਆਉਂਦੀ ਹੈ ਨਾ, ਉਹ ਗਲ ਤਾਂ ਹੀ ਪਾਣੀ ਵਿੱਚ ਖਲੋ ਕਰਕੇ ਮੰਤਰਾਂ ਦਾ ਜਾਪ ਕਰਦੇ ਆ। ਫਿਰ ਅਗਨੀ, ਕਈ ਲੋਕ ਧੂਣੀਆਂ ਤਪਾ ਕਰਕੇ ਤੇ ਆਪਣੇ ਸਰੀਰ ਨੂੰ ਸੰਕਟ ਦੁੱਖ ਕਸ਼ਟ ਦੇ ਕਰਕੇ ਮੰਤਰਾਂ ਦਾ ਜਾਪ ਕਰਦੇ ਆ। ਪਾਤਾਲ, ਕਈ ਲੋਕ ਧਰਤੀ ਦੇ ਵਿੱਚ ਆਪਣੇ ਰਹਿਣ ਵਾਸਤੇ ਗੁਫਾ ਬਣਾਉਂਦੇ ਆ। ਅਜੇ ਤੱਕ ਵੀ ਕਈਆਂ ਥਾਵਾਂ ਤੇ ਸਾਧੂ ਮਹਾਤਮਾ ਨੇ ਰਹਿਣ ਵਾਸਤੇ ਆਪਣੀਆਂ ਗੁਫਾ ਬਣਾਈਆਂ ਸਨ। ਪਰ ਇਹਨਾਂ ਕਰਮ ਕਾਂਡਾਂ ਤੋਂ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਪਰੇ ਕੀਤਾ। ਪਾਣੀ, ਕਈ ਫਿਰ ਤੀਰਥਾਂ ਦੇ ਕਿਨਾਰਿਆਂ ਤੇ ਜਾ ਕਰਕੇ ਮੰਤਰਾਂ ਦਾ ਜਾਪ ਕਰਦੇ ਆ, ਪਰ ਅਕਾਲ ਪੁਰਖ ਵਾਹਿਗੁਰੂ ਨੇ 5 ਤੱਤਾਂ ਦਾ ਸੁਮੇਲ ਕਰਕੇ ਪੌਣ ਬਣਾਈ, ਪਾਣੀ ਬਣਾਇਆ, ਅਗਨੀ ਤੱਤ ਬਣਾਇਆ ਤੇ ਪਤਾਲ ਹੈ ਧਰਤੀ। ਇੱਕ ਧਰਤੀ ਦਾ ਤੱਤ ਬਣਾਇਆ ਤੇ ਪਤਾਲ ਨਾਮ ਹੈ ਆਕਾਸ਼ ਦਾ। ਇਹਨਾਂ 5 ਤੱਤਾਂ ਦਾ ਹੈ, ਵੇਖੋ, ਇੱਕ ਦੂਜੇ ਦੇ ਵਿਰੋਧੀ ਆ। ਜਿੱਥੇ ਅੱਗ ਬਲਦੀ ਆ, ਪਾਣੀ ਪਾਵਾਂਗੇ ਤੇ ਅੱਗ ਨੇ ਬੁਝ ਜਾਣਾ। ਜਿੱਥੇ ਪਾਣੀ ਆ, ਉੱਥੇ ਮਿੱਟੀ ਨੂੰ ਉਹਨੇ ਖੋਰ ਦੇਣਾ ਹੈ। ਤੇ ਪਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਇਹਨਾਂ 5 ਤੱਤਾਂ ਦਾ ਸੁਮੇਲ ਕਰਕੇ ਇੱਕ ਸ੍ਰਿਸ਼ਟੀ ਸਾਰੀ ਧਰਤੀ ਦੀ ਬਣਾਵਟ ਬਣਾਈ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹਨਾਂ ਦੇ ਉੱਪਰ ਇਹ ਜਿਹੜੀ ਧਰਤੀ ਹੈ ਨਾ, ਧਰਮਸ਼ਾਲਾ ਸਥਾਪਨ ਕਰਕੇ ਰੱਖੀ ਬਣਾਈ ਹੈ। ਤਿਸ ਵਿੱਚ ਜੀਅ ਜੁਗਤ ਕੇ ਰੰਗ। ਇਸ ਧਰਤੀ ਦੇ ਉੱਪਰ ਫਿਰ ਤਿਸ ਵਿੱਚ, ਇਸ ਧਰਤੀ ਦੇ ਉੱਪਰ ਜੀ ਪੈਦਾ ਕੀਤੇ ਆ। ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜੁਗਤੀਆਂ ਪੈਦਾ ਕੀਤੀਆਂ ਤੇ ਵੱਖਰੇ ਵੱਖਰੇ ਉਹਨਾਂ ਦੇ ਰੰਗ ਆ। ਦੇਖੋ ਪੰਛੀ ਕਿੰਨੇ ਪ੍ਰਕਾਰ ਦੇ ਆ, ਇੱਕ ਦੂਜੇ ਦੇ ਨਾਲ ਮਿਲਦੇ ਨਹੀਂ। ਮਨੁੱਖ ਜਾਤੀ ਕਿੰਨੇ ਤਰ੍ਹਾਂ ਦੀ ਆ। ਇੱਕ ਮਾਤਾ ਦੇ ਪੇਟ ਤੋਂ ਜਨਮ ਲੈਣ ਵਾਲੇ 4 ਜਾਂ 5 ਬੱਚੇ ਹੁੰਦੇ ਆ, ਉਹਨਾਂ ਦਾ ਰੰਗ ਰੂਪ ਨਹੀਂ ਮਿਲਦਾ, ਉਹਨਾਂ ਦੇ ਸੁਭਾਅ ਨਹੀਂ ਮਿਲਦੇ, ਉਹਨਾਂ ਦੇ ਸਰੀਰ ਦੇ ਅੰਗ ਵੀ ਨਹੀਂ ਮਿਲਦੇ। ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਦੇ ਉੱਪਰ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕਰਕੇ ਉਹਨਾਂ ਦੀ ਵੱਖਰੀ ਵੱਖਰੀ ਬਣਾਵਟ, ਵੱਖਰੀ ਵੱਖਰੀ ਨੁਹਾਰ, ਉਹਨਾਂ ਦੇ ਵੱਖਰੇ ਵੱਖਰੇ ਰੰਗ ਰੂਪ ਬਣਾਏ ਹਨ। ਤਿਨ ਕੇ ਨਾਮ ਅਨੇਕ ਅਨੰਤ। ਇਹਨਾਂ ਜੀਵਾਂ ਦੇ ਨਾਮ ਵੀ ਆ, ਫਿਰ ਅਨੇਕ ਆ, ਅਣਗਿਣਤ ਆ। ਇਹਨਾਂ ਦੀ ਗਿਣਤੀ ਕਰਕੇ ਕੋਈ ਅੰਤ ਨਹੀਂ ਪਾ ਸਕਦਾ। ਕਈ ਪਰਮੇਸ਼ਰ ਦਾ ਅੰਤ ਪਾਉਣ ਤੁਰ ਪੈਂਦੇ ਆ, ਪਰ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਕਿਰਤੀ ਬਣਾਈ ਆ, ਆਪਾਂ ਤੇ ਗੁਰਮੁਖੋ ਪ੍ਰਕਿਰਤੀ ਦਾ, ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਦੇ। ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਕੇ ਨਾਮ, ਉਹਨਾਂ ਦੇ ਜਿਹੜੇ ਨਾਮ ਆ ਨਾ, ਅਨੇਕ ਹੀ ਆ, ਗਿਣਤੀ ਵਿੱਚ ਨਹੀਂ ਆਉਂਦੇ। ਕੋਈ ਇਹਨਾਂ ਨਾਵਾਂ ਦਾ ਅੰਤ ਨਹੀਂ ਪਾ ਸਕਦਾ ਹੈ। ਕਰਮੀ ਕਰਮੀ ਹੋਏ ਵਿਚਾਰ। ਕਰਮੀ ਨਾਮ ਹੈ ਜੀਵ ਦਾ। ਅਕਾਲ ਪੁਰਖ ਵਾਹਿਗੁਰੂ ਨੇ ਜੀਵ ਨੂੰ ਪੈਦਾ ਕੀਤਾ ਤੇ ਕਰਮੀ ਉਹਨਾਂ ਦੇ ਜਿਹੜੇ ਕੀਤੇ ਹੋਏ ਮਨੁੱਖਾਂ ਦੇ ਹੀ ਸਵਾਸਾਂ ਦੇ ਨਾਲ ਕੀਤੇ ਹੋਏ ਜਿਹੜੇ ਚੰਗੇ ਤੇ ਮਾੜੇ ਕਰਮ ਆ, ਹੋਏ ਵਿਚਾਰ। ਉਹਨਾਂ ਦੇ ਕਰਮਾਂ ਦੀ ਅਕਾਲ ਪੁਰਖ ਵਾਹਿਗੁਰੂ ਦੇ ਦਰਗਾਹ ਵਿੱਚ ਉਹਨਾਂ ਦੀ ਚੰਗੇ ਤੇ ਮਾੜੇ ਕਰਮਾਂ ਦੀ ਵਿਚਾਰ ਕੀਤੀ ਜਾਂਦੀ ਹੈ। ਆਪਣੇ ਤੌਰ ਤੇ ਹਰ ਇੱਕ ਮਨੁੱਖ ਯਤਨ ਕਰਦਾ ਕਿ ਮੈਂ ਦੁਨੀਆ ਤੇ ਚੰਗਾ ਬਣਾ, ਦੁਨੀਆ ਤੇ ਸੋਹਣਾ ਬਣਾ, ਦੁਨੀਆ ਦੇ ਲੋਕ ਮੇਰੀ ਵਡਿਆਈ ਕਰਨ। ਗੁਰਮੁਖੋ ਦੁਨੀਆ ਦੇ ਲੋਕ ਭਾਵੇਂ ਸਾਰੀ ਦੁਨੀਆ ਦੇ ਲੋਕ ਜੀਵ ਦੀ ਵਡਿਆਈ ਕਰਨਾ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਕਿਸੇ ਲੇਖੇ ਵਿੱਚ ਨਹੀਂ। ਹਮੇਸ਼ਾ ਵਾਸਤੇ ਦੁਨੀਆ ਦੀ ਨਿਗਾਹ ਵਿੱਚ ਮਨੁੱਖ ਚੰਗਾ ਬਣਨ ਦਾ ਯਤਨ ਕਰਦਾ, ਪਰ ਦੁਨੀਆ ਦੀ ਨਿਗਾਹ ਵਿੱਚ ਭਾਵੇਂ ਮਾੜਾ ਵੀ ਹੋਵੇ, ਪਰਮੇਸ਼ਰ ਦੀ ਨਿਗਾਹ ਵਿੱਚ, ਪਰਮੇਸ਼ਰ ਦੀ ਨਿਗਾਹ ਵਿੱਚ ਜੀਵ ਨੂੰ ਚੰਗੇ ਬਣਨ ਦਾ ਯਤਨ ਕਰਨਾ ਚਾਹੀਦਾ। ਪਰ ਦੁਨੀਆ ਦੀ ਨਿਗਾਹ ਵਿੱਚ ਇਹ ਜਿਹੜੇ ਪੈਦਾ ਕੀਤੇ ਹੋਏ ਪਰਮੇਸ਼ਰ ਦੀ ਜੀਵ ਆ, ਇਹਨਾਂ ਦੀ ਫਿਰ ਅੱਗੇ ਜਾ ਕਰਕੇ ਚੰਗੇ ਤੇ ਮਾੜੇ, ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ। ਸੱਚਖੰਡ ਦਰਬਾਰ ਵੀ ਉਹਦਾ ਸੱਚਾ।
ਉਹਦਾ ਸਰੂਪ ਰੂਪੀ ਜਿਹੜਾ ਦਰਬਾਰ ਗੁਰਮੁਖ ਉਹ ਵੀ ਸੱਚਾ ਹੈ। ਸਤ ਸੰਗ ਜਿਹੜਾ ਉਹਦਾ ਦਰ ਹੈ ਉਹ ਵੀ ਸੱਚਾ ਹੈ। ਕਿਉਂ ਸੱਚਾ? ਉਥੇ ਸੱਚੇ ਦੀ ਵਿਚਾਰ ਹੁੰਦੀ ਆ। ਦੁਨੀਆ ਦੀਆਂ ਕਚਹਿਰੀਆਂ ਗੁਰਮੁਖੋ ਝੂਠੀਆਂ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਚਹਿਰੀ ਦਰਬਾਰ ਇਹ ਸੱਚਾ ਹੈ। ਕਦੇ ਜਹਾਂਗੀਰ ਬਾਦਸ਼ਾਹ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਸ਼ੰਕਾ ਕੀਤਾ ਸੀ ਕਿ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਆ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਸਾਨੂੰ ਸੱਚੇ ਪਾਤਸ਼ਾਹ ਕਹੋ। ਇਹ ਤੇ ਦੁਨੀਆ ਦੀ ਸਿੱਖ ਸੰਗਤਾਂ ਦੀ ਭਾਵਨਾ, ਉਹ ਆਪਣੇ ਆਪ ਹੀ ਸਾਨੂੰ ਸੱਚੇ ਪਾਤਸ਼ਾਹ ਕਹਿੰਦੀਆਂ। ਪਰ ਜਦੋਂ ਆਗਰੇ ਦੀ ਧਰਤੀ ਤੇ ਗਏ, ਜਹਾਂਗੀਰ ਬਾਦਸ਼ਾਹ ਦਾ ਗੁਰਮੁਖੋ ਇਹ ਸ਼ੰਕਾ ਨਿਵਰਤ ਹੋਇਆ ਜਦੋਂ ਕਾਈ ਸਿੱਖ ਨੇ ਇੱਕ ਪੈਸਾ ਮੱਥਾ ਟੇਕਿਆ ਸੀ। ਪਰ ਪਹਿਲਾਂ ਜਹਾਂਗੀਰ ਬਾਦਸ਼ਾਹ ਦੇ ਪਾਸ ਉਹ ਸਿੱਖ ਗਿਆ, ਬਾਅਦ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ। ਜਦੋਂ ਪਾਸ ਆਇਆ ਤੇ ਸੱਚੇ ਪਾਤਸ਼ਾਹ ਨੇ ਉਹਦਾ ਲੋਕ ਤੇ ਪਰਲੋਕ ਸੁਧਾਰ ਦਿੱਤਾ। ਅਨੇਕਾਂ ਤਰ੍ਹਾਂ ਦੀਆਂ ਉਹਨੂੰ ਬਖਸ਼ਾਂ ਦਿੱਤੀਆਂ। ਇਸ ਕਰਕੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਆ ਉਹ ਆਪ ਵੀ ਸੱਚਾ, ਸਦੀਵ ਕਾਲ ਅਟਲ ਰਹਿਣ ਵਾਲਾ। ਉਹਦਾ ਜਿਹੜਾ ਦਰਬਾਰ ਹੈ ਸੱਚਖੰਡ ਉਹ ਵੀ ਸੱਚਾ ਹੈ, ਉਹ ਕਦੇ ਵਾਸਤੇ ਨਾਸ਼ਵੰਤ ਨਹੀਂ ਹੁੰਦਾ ਹੈ। ਤਿੱਥੈ ਸੋਹਨ ਪੰਚ ਪਰਵਾਣ। ਤੇ ਫਿਰ ਉਹ ਜਿਹੜਾ ਸੱਚਾ ਦਰਬਾਰ ਆ ਉੱਥੇ ਸੋਭਾ ਕੌਣ ਪਾਉਂਦਾ? ਤਿੱਥੈ ਸੋਹਨ, ਸੋਹਨ ਨਾਮ ਹੈ ਸੋਭਾ ਪਾਉਣ ਦਾ। ਪੰਜ ਜਿਹੜੇ ਸਾਧੂ ਮਹਾਤਮਾ ਉਹ ਸੋਭਾ ਪਾਉਂਦੇ ਆ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉੱਥੇ ਜਿਹੜੇ ਸਾਧੂ ਮਹਾਤਮਾ ਉਹਨਾਂ ਦਾ ਗੁਰਮੁਖੋ ਸਨਮਾਨ ਹੁੰਦਾ, ਉਹਨਾਂ ਦਾ ਸਤਿਕਾਰ ਹੁੰਦਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਤਿੱਥੇ ਸੋਨ ਪੰਚ ਪ੍ਰਵਾਨ। ਅਕਾਲ ਪੁਰਖ ਦੀ ਦਰਗਾਹ ਵਿੱਚ ਗੁਰਮੁਖੋ ਪ੍ਰਮਾਣਿਕ ਹੁੰਦੇ ਆ। ਜਿਨ੍ਹਾਂ ਨੇ ਸੁਣਿਆ, ਮੰਨਿਆ, ਕੀਤਾ ਭਾਉ, ਆਪਣੇ ਕੰਨਾਂ ਦੇ ਨਾਲ ਸੁਣਿਆ ਵੀ ਆ, ਮਨ ਦੇ ਨਾਲ ਮੰਨਣਾ ਵੀ ਕੀਤਾ, ਤੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭਾਉ ਵੀ ਰੱਖਿਆ। ਜਿਨ ਮਨ ਭਾਉ ਤਿਨਾ ਮਨ ਭਾਉ। ਜਿਸ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਗੁਰਮੁਖੋ ਡਰ ਹੁੰਦਾ, ਉਹੀ ਪਰਮੇਸ਼ਰ ਦੇ ਨਾਲ ਪਿਆਰ ਕਰਦਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਸਿੱਧ ਲੋਕੋ ਤਿੱਥੈ ਸੋਨ, ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸੋਨ ਸ਼ੋਭਾ ਪਾਉਂਦੇ ਆ। ਪੰਜ ਪ੍ਰਵਾਨ ਉਹ ਪ੍ਰਮਾਣਿਕ ਹੁੰਦੇ ਆ ਜਿਹੜੇ ਸਾਧੂ ਮਹਾਤਮਾ ਹਨ। ਨਦਰੀ ਕਰਮ ਪਵੈ ਨੀਸਾਨ। ਨਦਰੀ ਕਰਮ ਪਵੈ ਨਿਸ਼ਾਨ। ਜਿਨ੍ਹਾਂ ਲੋਕਾਂ ਦੇ ਉੱਪਰ, ਜਿਨ੍ਹਾਂ ਜੀਵਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ, ਉਹਨਾਂ ਦੇ ਮੱਥੇ ਦੇ ਲੇਖ ਸ੍ਰੇਸ਼ਟ ਲਿਖੇ ਜਾਂਦੇ ਆ। ਜਿਸ ਤਰ੍ਹਾਂ ਕਿ ਸਲਾਰਦੀਨ ਕਾਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਸ਼ੰਕਾ ਕੀਤਾ ਕਿ ਸੱਚੇ ਪਾਤਸ਼ਾਹ ਸੰਗਤ ਆਉਂਦੀ ਆ, ਚਰਨਾਂ ਤੇ ਮੱਥਾ ਟੇਕਦੀ ਤੇ ਮੱਥਾ ਟੇਕ ਕੇ ਦਰਬਾਰ ਵਿੱਚ ਬਹਿ ਜਾਂਦੀ ਆ। ਇਹਨਾਂ ਨੂੰ ਮਿਲਦਾ ਕੀ ਹੈ? ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਸ਼ਾਹੀ ਤੇ ਮੋਹਰ ਲਿਆ ਕਰਕੇ, ਮੋਹਰ ਲਾ ਕਰਕੇ ਸੱਚੇ ਪਾਤਸ਼ਾਹ ਨੇ ਕਾਜੀ ਸਲਾਰਦੀਨ ਦਾ ਸ਼ੰਕਾ ਨਿਵਰਤ ਕੀਤਾ ਸੀ ਕਿ ਕਾਜੀ ਸਲਾਰਦੀਨ ਜਿਸ ਤਰ੍ਹਾਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ, ਇਸੇ ਤਰ੍ਹਾਂ ਜਿਨ੍ਹਾਂ ਜੀਵਾਂ ਦੇ ਕਰਮ ਕਰਕੇ ਮੱਥੇ ਦੇ ਹੱਥਾਂ ਦੇ ਲੇਖ ਪੁੱਠੇ ਹੁੰਦੇ ਆ, ਜਦੋਂ ਸਾਡੇ ਚਰਨ ਕਮਲਾਂ ਤੇ ਆ ਕਰਕੇ ਨਮਸਕਾਰ ਕਰਦੇ ਆ, ਉਦੋਂ ਅਸੀਂ ਉਹਨਾਂ ਦੇ ਲੇਖ ਬਦਲ ਦਿੰਨੇ ਆ। ਇਹ ਸਾਡੇ ਚਰਨਾਂ ਦੇ ਉੱਪਰ ਮੱਥਾ ਟੇਕਣ ਦਾ ਫਾਇਦਾ। ਜਿਸ ਤਰ੍ਹਾਂ ਸਕੇਤ ਮੰਡੀ ਦਾ ਰਾਜਾ ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਸੀ ਨਾ, ਪੰਗਤੀ ਸੁਣੀ, ਨੇਕ ਨਾ ਮਿੱਟੀ ਹੀ ਸਕੀ ਜੋ ਲਿਖਿਆ ਕਰਤਾਰ। ਸ਼ੰਕਾ ਕੀਤਾ ਕਿ ਜੇਕਰ ਲੇਖ ਮਿਟਣੇ ਹੀ ਨਹੀਂ, ਫਿਰ ਗੁਰੂ ਦੇ ਕੋਲੇ ਆਉਣ ਦਾ ਫਾਇਦਾ ਕੀ ਹੋਇਆ।
ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਕੇਤ ਮੰਡੇ ਦੀ ਰਾਜੇ ਦੀ ਸੁਪਨੇ ਵਿੱਚ ਗੁਰਮੁਖੋ 84 ਕੱਟੀ ਸੀ ਤੇ ਅੱਜ ਵੀ ਉੱਥੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ। ਭਾਵਨਾ ਦੇ ਨਾਲ ਜਿਹੜਾ ਜਾਂਦਾ ਪੰਚਮ ਪਾਤਸ਼ਾਹ ਜੀ ਨੇ ਵਰ ਦਿੱਤਾ, ਜਿਹੜਾ ਭਾਵਨਾ ਦੇ ਨਾਲ ਇਸ ਅਸਥਾਨ ਤੇ ਆਵੇਗਾ ਉਹਦੀ ਅਸੀਂ ਲੇਖ ਬਦਲ ਦਿਆਂਗੇ, ਉਹਦੀ 84 ਕੱਟੀ ਜਾਵੇਗੀ। ਪਰ ਇਹ ਨਹੀਂ ਇਹ ਦਿਨੇ ਨਹਾ ਧੋ ਕਰਕੇ ਗੁਰੂ ਕੇ ਬਾਗ ਜਾਵੇ ਤੇ ਸ਼ਾਮ ਨੂੰ ਆ ਕਰਕੇ ਸ਼ਰਾਬ ਪੀਵੇ, ਕੜਾ ਪ੍ਰਸਾਦੀ ਦੇਗ ਵੀ ਲਿਜਾਵੇ ਤੇ ਸਾਰਾ ਦਿਨ ਮਾੜੇ ਕਰਮ ਕਰੇ। ਇਸ ਤਰ੍ਹਾਂ ਨਹੀਂ। ਗੁਰਮੁਖੋ ਆਗਾ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ, ਜੋ ਸਰਣ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਪਿਛਲੇ ਜਿਹੜੇ ਕਰਮ ਆ ਉਹਨਾਂ ਦੀ ਬਖਸ਼ੀ ਹੋ ਜਾਂਦੀ ਆ ਗੁਰਮੁਖੋ, ਉਹ ਮੁਆਫ ਹੋ ਜਾਂਦੇ ਆ। ਪਰ ਜੇਕਰ ਬੰਦਾ ਅੱਗੇ ਮਾੜੇ ਕਰਮ ਨਾ ਕਰੇ, ਹੁਣ ਇੱਕ ਬੰਦੇ ਨੇ ਰਾਤ ਨੂੰ ਸ਼ਰਾਬ ਪੀਤੀ ਆ, ਸਾਰੀ ਰਾਤ ਉਹ ਰੌਲਾ ਪਾਉਂਦਾ ਰਿਹਾ, ਸਾਰੀ ਰਾਤ ਉਹ ਲੋਕਾਂ ਨੂੰ ਗਾਲਾਂ ਕੱਢਦਾ ਰਿਹਾ, ਸਾਰੀ ਰਾਤ ਉਹ ਪਰਿਵਾਰ ਨੂੰ ਤੰਗ ਤੇ ਪਰੇਸ਼ਾਨ ਕਰਦਾ ਰਿਹਾ। ਸਵੇਰੇ ਦਾਤਨ ਕਰੇ, ਬੁਰਸ਼ ਕਰੇ, ਇਸ਼ਨਾਨ ਕਰੇ ਤੇ ਗੁਰੂ ਕੇ ਬਾਗ ਜਾ ਕਰਕੇ ਕਹੇ ਕਿ ਮੇਰੇ ਪਾਪ ਬਖਸ਼ੇਗਾ ਗੁਰਮੁਖੋ। ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਪਰ ਉਹਦੇ ਵਾਸਤੇ ਆ ਜਿਹੜਾ ਆਪਣੀ ਗਲਤੀ ਦੀ ਖਿਮਾ ਬਖਸ਼ਾਉਂਦਾ ਕਿ ਸੱਚੇ ਪਾਤਸ਼ਾਹ ਮੈਨੂੰ ਸਮੱਤ ਬਖਸ਼ੋ, ਮੈਂ ਮਾੜੇ ਕਰਮ ਕੀਤੇ ਆ, ਤੇ ਸੱਚੇ ਪਾਤਸ਼ਾਹ ਮਾੜੇ ਕਰਮਾਂ ਦੀ ਖਿਮਾ ਦੇ ਦਿੰਦੇ ਆ, ਅੱਗੇ ਵਾਸਤੇ ਸਮੱਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਦੇ ਆ। ਜੇ ਕੋਈ ਬੰਦਾ ਕਵੇ ਕਿ ਮੈਂ ਅੰਮ੍ਰਿਤ ਵੀ ਨਾ ਛਕਾਂ, ਬਾਣੀ ਵੀ ਨਾ ਪੜਾਂ, ਆਮ ਤੌਰ ਤੇ ਦੁਨੀਆ ਦੇ ਲੋਕਾਂ ਦਾ ਕਰਵਈਆ ਹੁੰਦਾ, ਐਸਾ ਜਗ ਪਾਵਨ ਗੁਰਬਾਣੀ ਦੇ ਬਚਨਾਨਾ, ਐਸਾ ਜਗ ਦੇਖਿਓ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਜੁਆਰੀ ਕਹਿੰਦੇ ਜੂਆ ਖੇਡਣ ਵਾਲਾ। ਜੁਆਰੀਏ ਵਰਗੀ ਦੁਨੀਆ ਦੇ ਲੋਕਾਂ ਦੀ ਹਾਲਤ ਸੋਚਿਆ, ਨਾਮ ਨਹੀਂ ਅਸੀਂ ਜਪਣਾ, ਪਰ ਦੁਨੀਆ ਦੇ ਸਾਰੇ ਸੁੱਖ ਸਾਨੂੰ ਚਾਹੀਦੇ ਆ, ਸੁੱਖ ਸਾਰੇ ਸਾਡੇ ਘਰ ਪਰਿਵਾਰ ਵਿੱਚ ਹੋਣੇ ਚਾਹੀਦੇ ਆ, ਪਰ ਅਸੀਂ ਨਾਮ ਨਹੀਂ ਜਪਣਾ। ਨਾ ਅਸੀਂ ਗੁਰਦੁਆਰੇ ਜਾਣਾ, ਨਾ ਗੁਰਮੁਖੋ ਅਸੀਂ ਬਾਣੀ ਪੜ੍ਹਨੀ ਆ, ਨਾ ਖੰਡੇ ਬਾਟੇ ਦਾ ਅਸੀਂ ਅੰਮ੍ਰਿਤ ਹੀ ਛਕਣਾ, ਤੇ ਨਾ ਦੁਨੀਆ ਦੇ ਵਿੱਚ ਅਸੀਂ ਚੰਗੇ ਕਰਮ ਹੀ ਕਰਨੇ ਆ। ਗੁਰਮੁਖੋ ਬਾਦਲ ਪਰਿਵਾਰ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਖੰਡ ਪਾਠਾਂ ਦੀ ਇੱਕ ਲੜੀ ਚੱਲਦੀ ਆ। ਅੱਜ ਖੰਡ ਪਾਠ ਰੱਖਿਆ ਤੇ ਤੀਜੇ ਦਿਨ ਭੋਗ ਪਾਇਆ ਜਾਂਦਾ ਤੇ ਫਿਰ ਖੰਡ ਪਾਠ ਆਰੰਭ ਕੀਤਾ ਜਾਂਦਾ। ਜਿਹੜਾ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਦਾ ਬੁੰਗਾ ਬਣਿਆ, ਉਸ ਬੁੰਗੇ ਦੇ ਅੰਦਰ ਕੇਵਲ ਤੇ ਕੇਵਲ ਸੁਖਬੀਰ ਬਾਦਲ ਦੇ ਅਖੰਡ ਪਾਠ ਹੁੰਦੇ ਆ, ਹੋਰ ਕਿਸੇ ਦਾ ਉੱਥੇ ਖੰਡ ਪਾਠ ਨਹੀਂ ਹੁੰਦਾ। ਇੱਕ ਵਾਰ ਘਟਨਾ ਵਾਪਰੀ, 9ਵੇਂ ਮਹੱਲੇ ਤੋਂ ਜਿਹੜਾ ਪਹਿਲਾ ਅੰਗ ਆ, ਗ੍ਰੰਥੀ ਸਿੰਘ ਨੇ ਲਗਾਤਾਰ 45 ਮਿੰਟ ਪੜਿਆ, ਪੌਣਾ ਘੰਟਾ ਇੱਕੋ ਅੰਗ ਨੂੰ ਪੜਦਾ ਰਿਹਾ। ਕਾਰਨ ਕੀ ਕਿ ਸੁਖਬੀਰ ਬਾਦਲ ਅਜੇ ਭੋਗ ਤੇ ਪਹੁੰਚਿਆ ਨਹੀਂ ਸੀ। ਆਮ ਤੌਰ ਤੇ ਦੁਨੀਆ ਦੀ ਲੋਕਾਂ ਦੀ ਇੱਕ ਰੀਤੀ ਹੁੰਦੀ ਆ ਕਿ ਜਿੰਨਾ ਚਿਰ ਘਰ ਵਾਲਾ ਮਾਲਕ ਨਾ ਆਵੇ ਤੇ ਸਾਰੇ ਕਰਨ ਕਿ ਬਾਬਾ ਜੀ ਖੰਡ ਪਾਠ ਲੇਟ ਕਰ ਦਿਓ, ਤੇ ਜੇਕਰ ਘਰ ਦਾ ਮਾਲਕ ਪਹਿਲਾਂ ਆ ਗਿਆ ਬਾਬਾ ਜੀ ਖੰਡ ਪਾਠ ਤੇਜ਼ ਕਰ ਦਿਓ। ਗੁਰਮੁਖੋ ਨਾ ਤਾਂ ਖੰਡ ਪਾਠ ਤੇਜ਼ ਹੀ ਹੁੰਦਾ, ਨਾ ਖੰਡ ਪਾਠ ਹੌਲੀ ਹੁੰਦਾ। ਖੰਡ ਪਾਠ ਤੇ ਆਪਣੇ ਸਮੇਂ ਅਨੁਸਾਰ ਭੋਗ ਪਾਇਆ ਜਾਂਦਾ। ਇੱਕ ਸਿੰਘ ਨੇ ਇਹ ਘਟਨਾ ਆਪਣੇ ਕੰਨਾਂ ਨਾਲ ਵੇਖੀ, ਤੇ ਕੰਨਾਂ ਨਾਲ ਸੁਣੀ ਤੇ ਅੱਖਾਂ ਨਾਲ ਵੇਖੀ। ਮੈਨੂੰ ਨੇ ਪੁੱਛਿਆ ਵੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਅੰਗ ਨੂੰ ਵਾਰ-ਵਾਰ ਗ੍ਰੰਥੀ ਸਿੰਘ 45 ਮਿੰਟ ਪੜ੍ਹੀ ਜਾਵੇ, ਉਹ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਥੱਲੇ। ਮੈਂ ਆਖਿਆ ਵੀ ਨਹੀਂ, ਇਸ ਤਰ੍ਹਾਂ ਹੋ ਨਹੀਂ ਸਕਦਾ। ਕਹਿੰਦਾ ਵੀ ਅੱਜ ਹੋਇਆ। ਮੈਂ ਪੁੱਛਿਆ ਵੀ ਕਿਉਂ ਹੋਇਆ? ਕਹਿਣ ਲੱਗਾ ਸੁਖਬੀਰ ਬਾਦਲ ਲੇਟ ਹੋ ਗਿਆ,
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਪੌਣਾ ਘੰਟਾ ਪਾਠ ਨੂੰ ਰੋਕੀ ਰੱਖਿਆ ਹੈ। ਇਹ ਗੁਰਮੁਖੋ ਗੁਰਮਤ ਦਾ ਅਸੂਲ ਨਹੀਂ। ਗੁਰਬਾਣੀ ਕੀ ਹੈ? ਰੱਬ ਇੱਕ ਬੰਦੇ ਦੀ ਉਡੀਕ ਵਾਸਤੇ ਰੱਬ ਨੂੰ ਰੋਕ ਕੇ ਰੱਖਿਆ। ਰੱਬ ਦੇ ਕੋਲੇ ਅਸੀਂ ਜਾਣਾ ਸੀ, ਰੱਬ ਨੇ ਸਾਡੇ ਕੋਲੇ ਨਹੀਂ ਆਉਣਾ। ਆਖੇ ਜੀ ਸੁਖਬੀਰ ਬਾਦਲ 1 ਘੰਟਾ ਲੇਟ ਆਉਣਗੇ, ਉਹਨਾਂ ਚਿਰ ਭੋਗ ਲੇਟ ਕਰ ਦਿਓ, ਰੱਤੇ ਸਹੀ ਜੇ ਮੁਖ ਨਾ ਮੁੜਾਨਾ। ਇਹ ਗੁਰਮੁਖੋ ਇੱਕ ਅੰਗ ਨੂੰ 45 ਮਿੰਟ ਗ੍ਰੰਥੀ ਸਿੰਘ ਵਾਰ-ਵਾਰ ਪੜ੍ਹਦਾ ਰਿਹਾ। ਇਹ ਗੁਰਮਤ ਦਾ ਮਤਾ ਸੋਚੋ ਕਿ ਸਾਡੇ ਖੰਡ ਪਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਆ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਾਫ ਕਰਨਗੇ। ਗੁਰਮੁਖੋ ਕਦੇ ਵੀ ਨਹੀਂ। ਸਨ 78 ਦੀ ਵਿਸਾਖੀ 13 ਸਿੰਘ ਸ਼ਹੀਦ ਤੁਸੀਂ ਕਰਵਾਏ, ਅਣਗਿਣਤ ਫੱਟੜ ਕਰਵਾਏ, 84 ਦਾ ਘੱਲੂਕਾਰਾ ਤੁਸੀਂ ਕਰਵਾਇਆ। ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੁਸੀਂ ਕਰਾਈ ਆ। ਭਾਵੇਂ ਕੋਤਰੀਆਂ ਕਰਾ ਲਓ, ਭਾਵੇਂ ਜਿੰਨੇ ਮਰਜ਼ੀ ਖੰਡ ਪਾਠ ਕਰਾ ਲਓ, ਸੁਖਬੀਰ ਬਾਦਲ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਦੇ ਮਾਫ ਨਹੀਂ ਕਰਨਾ। ਕਿਉਂਕਿ ਤੁਸੀਂ ਪੀੜੀ ਦਰ ਪੀੜੀ ਪਾਪੀ ਲੋਕ ਆ, ਪੀੜੀ ਦਰ ਪੀੜੀ ਪੰਥ ਦੇ ਗਦਾਰ ਲੋਕ ਆ, ਪੀੜੀ ਦਰ ਪੀੜੀ ਵੋਟਾਂ ਪੰਥ ਦੇ ਨਾਂ ਤੇ ਲੈ ਕਰਕੇ ਤੇ ਪੰਥ ਦੇ ਨਾਲ ਗਦਾਰੀ ਕਰਦੇ ਆ। ਕਦੇ ਵਾਸਤੇ ਇਸ ਲੋਕ ਵਿੱਚ ਵੀ ਤੁਹਾਨੂੰ ਮਾਫੀ ਨਹੀਂ ਮਿਲਣੀ, ਤੇ ਪਰਲੋਕ ਵਿੱਚ ਤੇ ਮਾਫੀ ਮਿਲਣੀ ਕੀ ਆ? ਉਥੇ ਸੱਚੇ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜਜ ਮਾਲਿਆ, ਉਥੇ ਤੇ ਮਾਫੀ ਕੀ ਮਿਲਣੀ ਆ? ਇਸ ਲੋਕ ਦੀ ਲਾਨਤ, ਪਰਲੋਕ ਦੀ ਸਜ਼ਾ ਮਿਲਦੀ ਆ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨਦਰੀ ਕਰਮ ਪਵੈ ਨਿਸ਼ਾਨ। ਜਦੋਂ ਕਿਰਪਾ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੀ ਨਿਗਾਹ ਹੁੰਦੀ ਆ, ਪਵੈ ਨਿਸ਼ਾਨ, ਉਹਦੇ ਮੱਥੇ ਜੀਵ ਦੇ ਮੱਥੇ ਦੇ ਉੱਪਰ ਸ੍ਰੇਸ਼ਟ ਲੇਖ ਲਿਖੇ ਜਾਂਦੇ ਹਨ। ਕੱਚ ਪਕਾਈ ਓਥੈ ਪਾਏ। ਫਿਰ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਕਿ ਜਦੋਂ ਜੀਵ ਪਰਲੋਕ ਵਿੱਚ ਜਾਂਦਾ, ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ, ਤੇ ਜੇਕਰ ਮੁੱਕਰ ਜਾਵੇ, ਜਿਸ ਤਰ੍ਹਾਂ ਕਚਹਿਰੀ ਦੇ ਵਿੱਚ ਬੰਦਾ ਕ੍ਰਾਈਮ ਕਰਕੇ ਮੁੱਕਰ ਜਾਂਦਾ ਵੀ ਮੈਂ ਪਾਪ ਕੀਤਾ ਨਹੀਂ, ਉਹਦੇ ਮਗਰ ਝੂਠੀ ਗਵਾਹੀ ਵੀ ਆ ਜਾਂਦੀ ਆ ਵੀ ਮੈਂ ਮੌਕੇ ਦਾ ਗਵਾਹ, ਇਹਨੇ ਕ੍ਰਾਈਮ ਕੀਤਾ ਨਹੀਂ। ਕਿ ਇਸ ਤਰ੍ਹਾਂ ਪਰਲੋਕ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਇਸ ਤਰ੍ਹਾਂ ਹੋ ਜਾਂਦਾ? ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਕਥਨ ਕਰਦੇ ਕਿ ਕੱਚ ਪਕਾਈ ਉਥੈ ਪਾਏ। ਜਿਹੜੇ ਕੱਚੇ ਪਿੱਲੇ ਲੋਕ ਆ ਤੇ ਜਿਹੜੇ ਪੱਕੇ ਲੋਕ ਆ, ਪੱਕੇ ਕਿਹੜੇ ਆ? ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ੍ਹਾਂ ਦਾ ਮਨ ਕਰਕੇ ਆਪਣੇ ਇਸ਼ਟ ਦੇ ਨਾਲ ਪਿਆਰ ਆ। ਜਿਨ ਮਨ ਹੋਰ ਮੁਖ ਹੋਰ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋ ਰਿਹਾ, ਮੂੰਹ ਤੇ ਕੁਝ ਹੋ ਰਿਹਾ, ਸੇ ਕਾਂਡੇ ਕੱਚਿਆ, ਉਹ ਕੱਚੇ ਲੋਕ ਆ। ਅਕਾਲ ਪੁਰਖ ਦੀ ਦਰਗਾਹ ਵਿੱਚ ਪਾਪ ਤੇ ਪੁੰਨ ਵਿਚਾਰਿਆ ਜਾਂਦਾ, ਕਿਸੇ ਦੇ ਨਾਲ ਧੱਕਾ ਨਹੀਂ ਹੁੰਦਾ, ਕਿਸੇ ਦੇ ਨਾਲ ਠੱਗੀ ਨਹੀਂ ਵੱਜਦੀ, ਕਿਸੇ ਦੇ ਨਾਲ ਛਲ ਫਰੇਬ ਨਹੀਂ ਹੁੰਦਾ। ਜਿਹੋ ਜੇ ਕਿਸੇ ਨੇ ਕਰਮ ਕੀਤੇ ਆ, ਉਹੋ ਜੇ ਗੁਰਮੁਖੋ ਭੋਗਣੇ ਪੈਂਦੇ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਕੱਚ ਪਕਾਈ ਉਥੈ ਪਾਏ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ, ਉੱਥੇ ਪਾਇਆ ਜਾਂਦਾ, ਪਰਖ ਕੀਤੀ ਜਾਂਦੀ ਹੈ ਕਿ ਬੰਦਾ ਕੱਚਾ ਹੈ, ਇਹ ਬੰਦਾ ਪੱਕਾ ਹੈ, ਇਹ ਪਾਪ ਕਰਮ ਕਰਦਾ ਰਿਹਾ, ਇਹ ਧਰਮ ਦੇ ਕਰਮ ਕਰਦਾ ਰਿਹਾ,
ਆ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਰਿਹਾ, ਇਹ ਜੀ ਪਰਉਪਕਾਰ ਕਰਦਾ ਰਿਹਾ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕੱਚਿਆਂ ਤੇ ਪੱਕਿਆਂ ਦੀ ਪਛਾਣ ਹੁੰਦੀ ਹੈ। ਨਾਨਕ ਗਿਆ ਜਾਪੈ ਜਾਏ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ, ਜਾਪੈ ਜਾਏ, ਉੱਥੇ ਜਾਣਿਆ ਜਾਂਦਾ ਕਿਸੇ ਦੇ ਨਾਲ ਉੱਥੇ ਭੁਲੇਖਾ ਨਹੀਂ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਬੰਦਾ ਆਪਣੇ ਆਪ ਸੱਚਾ ਨਹੀਂ ਬਣ ਸਕਦਾ, ਆਪਣੇ ਆਪ ਝੂਠਾ ਨਹੀਂ ਬਣ ਸਕਦਾ। ਜੇਕਰ ਪੁੰਨੀ ਆ ਉਹਨੇ ਪੁੰਨੀ ਰਹਿਣਾ, ਜੇਕਰ ਪਾਪੀ ਆ ਉਹਨੇ ਪਾਪੀ ਰਹਿਣਾ, ਜੇਕਰ ਧਰਮੀ ਆ ਉਹਨੇ ਧਰਮੀ ਰਹਿਣਾ। ਅਕਾਲ ਪੁਰਖ ਦੀ ਦਰਗਾਹ ਵਿੱਚ ਕਦੇ ਵਾਸਤੇ ਜੀਵ ਦੇ ਨਾਲ ਛਾਲ ਫਰੇਬ ਧੋਖਾ ਠੱਗੀ ਨਹੀਂ ਹੁੰਦੀ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਬੇਅੰਤ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ ਕੀਰਤਨ ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।